ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ, ਨੋਵਾ ਸਕੋਸ਼ੀਆ ਨੇ ਹੁਣ ਕੀਤੀ ਸਖਤੀ। ਜਗਮੀਤ ਸਿੰਘ ਨੇ ਚੁੱਕੀ ਆਵਾਜ਼, ਡੈਂਟਲ ਕੇਅਰ ਪ੍ਰੋਗਰਾਮ ਦੀ ਕੀਤੀ ਗੱਲ। ਅਰਾਈਵ ਕੈਨ ਬੰਦ ਕਰਨ ਦੀ ਮੰਗ, ਸਰਕਾਰ ਵੱਲੋਂ ਅਜੇ ਨਹੀਂ ਹੋਇਆ ਐਲਾਨ। ਕਿਉਂ ਨਹੀਂ ਖਰੀਦ ਰਹੇ ਲੋਕ ਘਰ, ਘਰਾਂ ਦੀ ਸੇਲ ਵਿੱਚ ਗਿਰਾਵਟ। ਏਅਰ ਕੈਨੇਡਾ ਦੇ 2 ਜਹਾਜ਼ ਟਕਰਾਉਣ ਤੋਂ ਬਾਲ-ਬਾਲ ਬਚੇ, ਟੋਰਾਂਟੋ ਏਅਰਪੋਰਟ ਤੋਂ ਉਡਾਨ ਭਰਨ ਵੇਲੇ ਦੀ ਜਾਣਕਾਰੀ। ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜੀ ਹੋਈ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ। ਨੋਵਾ ਸਕੋਸ਼ੀਆ ਵੱਲੋਂ ਪੀਆਰ ਨਿਯਮਾਂ ਸੰਬੰਧੀ ਜਿਹੜੀ ਅਚਾਨਕ ਤਬਦੀਲੀ ਕੀਤੀ ਗਈ, ਉਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀ ਪਰੇਸ਼ਾਨ ਨੇ ਕਿਉਂਕਿ ਉਹਨਾਂ ਦਾ ਭਵਿੱਖ ਹੁਣ ਖਤਰੇ ਵਿੱਚ ਆ ਗਿਆ ਤੇ ਵਿਦਿਆਰਥੀ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਨੋਵਾ ਸਕੋਸ਼ੀਆ ਵੱਲੋਂ ਫਾਸਟ ਟਰੈਕ ਪੀਆਰ ਨਿਯਮਾਂ ਵਿੱਚ ਜੋ ਬਦਲਾਵ ਕੀਤਾ ਗਿਆ, ਉਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਆ ਗਿਆ। ਨਿਯਮਾਂ ਵਿੱਚ ਕੀਤੇ ਗਏ ਬਦਲਾਵ ਤੋਂ ਬਾਅਦ ਕਈ ਵਿਦਿਆਰਥੀ ਅਜਿਹੇ ਹਨ ਜਿਹੜੇ ਕਿ ਪੀਆਰ ਨਹੀਂ ਲੈ ਸਕਦੇ। ਇਹਨਾਂ ਵਿਦਿਆਰਥੀਆਂ ਦਾ ਭਵਿੱਖ ਹੁਣ ਖਤਰੇ ਵਿੱਚ ਹੈ। ਦਰਅਸਲ ਨੋਵਾ ਸਕੋਸ਼ੀਆ ਸੂਬੇ ਵੱਲੋਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਦੇ ਆਪਣੇ ਫਾਸਟ ਟਰੈਕ ਪ੍ਰੋਗਰਾਮ ਵਿੱਚ ਅਚਾਨਕ ਬਦਲਾਵ ਕਰ ਦਿੱਤਾ, ਜਿਸ ਕਾਰਨ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਨੇ। ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਨੋਵਾ ਸਕੋਸ਼ੀਆ ਵਿੱਚ ਕੰਮ ਵਾਸਤੇ ਅਪਲਾਈ ਕਰ ਸਕਦੇ ਨੇ ਅਤੇ ਇੱਥੇ ਉਹ 1 ਸਾਲ ਕੰਮ ਕਰਨ ਤੋਂ ਬਾਅਦ ਹੀ ਪੀਆਰ ਵਾਸਤੇ ਯੋਗ ਹੋ ਸਕਦੇ ਨੇ। ਬਾਕੀ ਥਾਵਾਂ ਤੇ ਆਮ ਤੌਰ ਤੇ ਪੀਆਰ ਦੇ ਯੋਗ ਹੋਣ ਵਾਸਤੇ 2 ਸਾਲ ਵੀ ਲੱਗ ਜਾਂਦੇ ਨੇ। ਪਰ ਨੋਵਾ ਸਕੋਸ਼ੀਆ ਦੇ ਲੇਬਰ ਅਤੇ ਇਮੀਗ੍ਰੇਸ਼ਨ ਵਿਭਾਗ ਨੇ 9 ਜੂਨ ਤੋਂ ਸਿਰਫ ਉਹਨਾਂ ਬਿਨੇਕਾਰਾਂ ਨੂੰ ਹੀ ਵਰਕ ਪਰਮਿਟ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਵਿੱਚ ਹੀ ਪੂਰੀ ਕੀਤੀ ਹੋਵੇ। ਇਸ ਤੋਂ ਬਾਅਦ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਜੋ ਅਚਾਨਕ ਹੀ ਬਦਲਾਵ ਕਰ ਦਿੱਤਾ ਗਿਆ, ਇਸ ਨਾਲ ਉਹ ਕਾਫੀ ਚਿੰਤਾ ਵਿੱਚ ਨੇ। ਇਹ ਵਿਦਿਆਰਥੀ ਕਹਿੰਦੇ ਨੇ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਇਸ ਵੇਲੇ ਕੀ ਕਰੀਏ। ਸਾਡੇ ਅੰਦਰ ਗੁੱਸਾ ਵੀ ਹੈ ਤੇ ਦੁੱਖ ਵੀ ਹੈ। ਦੱਸ ਦਈਏ ਕਿ ਨੋਵਾ ਸਕੋਸ਼ੀਆ ਦਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਪਿਛਲੇ 3 ਸਾਲਾਂ ਵਿੱਚ ਕਾਫੀ ਪ੍ਰਸਿੱਧ ਹੋਇਆ। 2019 ਵਿੱਚ ਇਸ ਤਹਿਤ 605 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨੇ ਨੋਵਾ ਸਕੋਸ਼ੀਆ ਵਿੱਚ ਹੀ ਪੜ੍ਹਾਈ ਕੀਤੀ ਸੀ। ਪਰ 2021 ਵਿੱਚ ਇਸ ਵਿੱਚ ਬਦਲਾਵ ਕੀਤਾ ਗਿਆ। 1453 ਅੰਤਰਰਾਸ਼ਟਰੀ ਸਟੂਡੈਂਟਸ ਕੰਮ ਕਰਨ ਵਾਲਿਆਂ ਵਿੱਚੋਂ ਸਿਰਫ 434 ਨੇ ਨੋਵਾ ਸਕੋਸ਼ੀਆ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਸੀ, ਜਿਸ ਦਾ ਮਤਲਬ ਹੈ ਕਿ ਬਾਕੀ ਵਿਦਿਆਰਥੀ ਹੋਰ ਸੂਬਿਆਂ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਨੋਵਾ ਸਕੋਸ਼ੀਆ ਪਹੁੰਚੇ ਸਨ, ਜਿਨ੍ਹਾਂ ਨੂੰ ਸੱਦੇ ਦਿੱਤੇ ਗਏ। ਹੁਣ ਸਰਕਾਰ ਵੱਲੋਂ ਜਿਹੜੇ ਨਿਯਮਾਂ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ, ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਆਵਾਜ਼ ਬੁਲੰਦ ਕੀਤੀ ਗਈ। ਵਧ ਰਹੀ ਮਹਿੰਗਾਈ ਅਤੇ ਡੈਂਟਲ ਕੇਅਰ ਪ੍ਰੋਗਰਾਮ ਦੇ ਬਾਰੇ ਜਗਮੀਤ ਸਿੰਘ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਲਗਾਤਾਰ ਇਸ ਪ੍ਰੋਗਰਾਮ ਸੰਬੰਧੀ ਆਪਣੀ ਆਵਾਜ਼ ਚੁੱਕਦੀ ਰਹੇਗੀ। ਵਧ ਰਹੀ ਮਹਿੰਗਾਈ ਦੇ ਖਿਲਾਫ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। ਉਹਨਾਂ ਵੱਲੋਂ ਜੋ ਵਧ ਰਹੇ ਖਰਚੇ ਹਨ, ਉਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸਾਂਝੀ ਕੀਤੀ, ਜਿੱਥੇ ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਵਿੱਚ ਪਰਿਵਾਰਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਲਗਾਤਾਰ ਇੱਥੇ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਵੱਲੋਂ ਡੈਂਟਲ ਕੇਅਰ ਦੀ ਗੱਲ ਕੀਤੀ ਗਈ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਜਗਮੀਤ ਸਿੰਘ ਵੱਲੋਂ ਡੈਂਟਲ ਕੇਅਰ ਦਾ ਮੁੱਦਾ ਚੁੱਕਿਆ ਗਿਆ ਹੋਵੇ। ਉਹ ਅਕਸਰ ਹੀ ਇਸ ਦੇ ਉੱਪਰ ਜ਼ੋਰ ਦਿੰਦੇ ਹੋਏ ਦਿਖਾਈ ਦਿੰਦੇ ਨੇ। ਉਹਨਾਂ ਵੱਲੋਂ ਕਈ ਪਰਿਵਾਰਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਕਿ ਮਹਿੰਗੇ ਡੈਂਟਲ ਪ੍ਰੋਸੀਜਰ ਅਫੋਰਡ ਨਹੀਂ ਕਰ ਸਕਦੇ। ਇਹਨਾਂ ਦੀ ਮਦਦ ਵਾਸਤੇ ਜਗਮੀਤ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਜਗਮੀਤ ਸਿੰਘ ਕਹਿੰਦੇ ਨੇ ਕਿ ਇਸ ਵਾਸਤੇ ਉਹਨਾਂ ਦੀ ਪਾਰਟੀ ਲਗਾਤਾਰ ਕੰਮ ਕਰਦੀ ਰਹੇਗੀ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ, ਜਿਸ ਦੇ ਉੱਪਰ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿੱਥੇ ਜੇਕਰ ਕੋਈ ਵੀ ਡੈਂਟਲ ਕੇਅਰ ਨਾਲ ਜੁੜਿਆ ਹੋਇਆ ਸਵਾਲ ਹੈ ਉਹ ਵੀ ਪੁੱਛਿਆ ਜਾ ਸਕਦਾ ਹੈ। ਤੇ ਜਗਮੀਤ ਸਿੰਘ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। So many people have shared with me stories about how they can't afford dental care. I spoke with Adam, who feels worried because both his kids need dental care costing over $1,000 and he simply can't afford it. And he feels ashamed because he's considering waiting till their adult teeth come in before actually paying for dental care. Children end up in hospitals, seniors live with pain, and people give up on better paying jobs. All because dental care is so far out of reach for most Canadians. That's why New Democrats used our power to get dental care for you and your family, starting with children under 12.
Healthy teeth should be a right. That's why we're going to keep on fighting to make sure dental care is a reality. ਅਰਾਈਵ ਕੈਨ ਐਪ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਐਪ ਦੇ ਉੱਪਰ ਜੋ ਯਾਤਰੀ ਆਪਣੀ ਜਾਣਕਾਰੀ ਭਰਦੇ ਸਨ ਉਸ ਨੂੰ ਹੁਣ ਬੰਦ ਕਰਨ ਦੀ ਕਈਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਟੂਰਿਜ਼ਮ ਇੰਡਸਟਰੀ ਵੀ ਲਗਾਤਾਰ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੂੰ ਹੋਰ ਕਦਮ ਚੁੱਕਣੇ ਚਾਹੀਦੇ ਨੇ, ਇਸ ਤਰ੍ਹਾਂ ਦੀਆਂ ਪਾਬੰਦੀਆਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ। ਕਈ ਮੇਅਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਰਾਈਵ ਕੈਨ ਐਪ ਯਾਤਰੀਆਂ ਵਾਸਤੇ ਹੁਣ ਖਤਮ ਕਰ ਦਿੱਤੀ ਜਾਵੇ। ਇਹ ਮੰਗ ਬਾਰਡਰ ਸਿਟੀ ਮੇਅਰਸ ਵੱਲੋਂ ਅਟਵਾ ਤੋਂ ਕੀਤੀ ਜਾ ਰਹੀ ਹੈ। ਜੀ ਹਾਂ, ਬਾਰਡਰ ਸਿਟੀ ਮੇਅਰਸ, ਟੂਰਿਜ਼ਮ ਇੰਡਸਟਰੀ ਲੀਡਰਸ ਅਤੇ ਆਪੋਜੀਸ਼ਨ ਐਮਪੀ ਦਾ ਕਹਿਣਾ ਹੈ ਕਿ ਅਰਾਈਵ ਕੈਨ ਐਪ ਨੂੰ ਹੁਣ ਯਾਤਰੀਆਂ ਵਾਸਤੇ ਖਤਮ ਕਰ ਦੇਣਾ ਚਾਹੀਦਾ ਹੈ। ਇਸ ਸੰਬੰਧੀ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਨਿਊ ਡੈਮੋਕ੍ਰੇਟ ਮੈਂਬਰ ਪਾਰਲੀਮੈਂਟ ਰਿਚਰਡ ਦਾ ਕਹਿਣਾ ਹੈ ਕਿ ਹੁਣ ਇਸ ਸੰਬੰਧੀ ਕੁਝ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਦਿਨੀ ਫੈਡਰਲ ਸਰਕਾਰ ਵੱਲੋਂ ਕੁਝ ਯਾਤਰਾ ਸੰਬੰਧੀ ਰਾਹਤ ਦਾ ਐਲਾਨ ਕੀਤਾ ਗਿਆ। ਡੋਮੈਸਟਿਕ ਟਰੈਵਲਰਸ ਵਾਸਤੇ ਤਾਂ ਕੋਵਿਡ-19 ਵੈਕਸੀਨ ਰਿਕੁਆਇਰਮੈਂਟ ਨੂੰ ਵੀ ਖਤਮ ਕਰਨ ਦੇ ਬਾਰੇ ਸਰਕਾਰ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ। ਹੁਣ ਇਸ ਤੋਂ ਬਾਅਦ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕੈਨੇਡਾ ਵਿੱਚ ਫੋਰਨ ਵਿਜ਼ਿਟਰਸ ਆਉਂਦੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਬਾਕੀ ਰਹਿੰਦੀਆਂ ਪਾਬੰਦੀਆਂ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾਵੇ, ਜਿਸ ਵਿੱਚ ਐਪ ਦੀ ਵਰਤੋਂ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪਿਛਲੇ ਹਫ਼ਤੇ ਇੱਕ ਐਲਾਨ ਕੀਤਾ ਸੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਯਾਤਰੀਆਂ ਦੇ ਉੱਪਰ ਅਜੇ ਸ਼ਰਤ ਹੈ ਕਿ ਉਹਨਾਂ ਨੂੰ 에ਅਰਪੋਰਟ ਪਹੁੰਚਣ ਤੇ ਰੈਂਡਮ ਟੈਸਟਿੰਗ ਵਿੱਚੋਂ ਲੰਘਣਾ ਪਵੇਗਾ, ਇਸ ਦੇ ਉੱਪਰ ਵੀ ਰੋਕ ਲਗਾਈ ਜਾ ਰਹੀ ਹੈ। ਦਰਅਸਲ 에ਅਰਪੋਰਟਸ ਦੇ ਉੱਪਰ ਯਾਤਰੀਆਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਤੋਂ ਬਾਅਦ ਇਹ ਯਾਤਰੀ ਤਾਂ ਮੰਗ ਕਰ ਹੀ ਰਹੇ ਸਨ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਬਾਕੀ ਰਹਿੰਦੀਆਂ ਪਾਬੰਦੀਆਂ ਹਨ ਉਹਨਾਂ ਨੂੰ ਵੀ ਹਟਾ ਦਿੱਤਾ ਜਾਵੇ ਤੇ ਫੈਡਰਲ ਸਰਕਾਰ ਵੱਲੋਂ ਕੁਝ ਇਸ ਤਰ੍ਹਾਂ ਦਾ ਹੀ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਰੈਂਡਮ ਟੈਸਟਿੰਗ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਹ ਰਾਹਤ ਉਹਨਾਂ ਵੱਲੋਂ ਵੈਕਸੀਨੇਟਡ ਯਾਤਰੀਆਂ ਨੂੰ ਦਿੱਤੀ ਗਈ। ਅਨਵੈਕਸੀਨੇਟਡ ਯਾਤਰੀ ਜਿਹੜੇ ਕਿ ਅੰਤਰਰਾਸ਼ਟਰੀ ਸਫ਼ਰ ਕਰਕੇ ਕੈਨੇਡਾ ਵਿੱਚ ਆਉਣਗੇ ਉਹਨਾਂ ਦੇ ਉੱਪਰ ਅਜੇ ਵੀ ਸ਼ਰਤਾਂ ਜਾਰੀ ਰਹਿਣ ਵਾਲੀਆਂ ਨੇ, ਜਿਸ ਦੇ ਵਿੱਚ ਸ਼ਾਮਿਲ ਹੈ ਕਿ ਉਹਨਾਂ ਨੂੰ ਪਹੁੰਚਣ ਦੇ ਉੱਪਰ 14 ਦਿਨਾਂ ਵਾਸਤੇ ਕੁਆਰੰਟੀਨ ਕਰਨਾ ਪਵੇਗਾ। ਹੁਣ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਰਾਈਵ ਕੈਨ ਐਪ ਨੂੰ ਵੀ ਬੰਦ ਕਰ ਦਿੱਤਾ ਜਾਵੇ। ਦੇਖਣਾ ਹੋਵੇਗਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਕੀ ਫੈਸਲਾ ਸੁਣਾਉਂਦੀ ਹੈ। ਫਿਲਹਾਲ ਅਜੇ ਤੱਕ ਸਰਕਾਰ ਵੱਲੋਂ ਇਸ ਬਾਰੇ ਐਲਾਨ ਨਹੀਂ ਕੀਤਾ ਗਿਆ। ਕੈਨੇਡਾ 'ਚ ਕਈ ਲੋਕ ਘਰ ਨਹੀਂ ਖਰੀਦ ਰਹੇ, ਇਸ ਦੇ ਪਿੱਛੇ ਕਈ ਕਾਰਨ ਨੇ। ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਪਤਾ ਚੱਲਿਆ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਘਰਾਂ ਦੀ ਸੇਲ ਵਿੱਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਵੀ ਆંકੜਾ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਕਿੰਨੀ ਗਿਰਾਵਟ ਘਰਾਂ ਦੀ ਸੇਲ ਵਿੱਚ ਹੋਈ ਹੈ। ਹਾਊਸਿੰਗ ਮਾਰਕੀਟ ਲਗਾਤਾਰ ਠੰਡੀ ਹੁੰਦੀ ਦਿਖਾਈ ਦੇ ਰਹੀ ਹੈ। ਕੁਝ ਸਮੇਂ ਤੋਂ ਜਿਹੜੀਆਂ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਉਹਨਾਂ ਤੋਂ ਪਤਾ ਚੱਲ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਘਰਾਂ ਦੀ ਸੇਲ ਘੱਟ ਹੋ ਰਹੀ ਹੈ। ਇਸ ਦੇ ਕਈ ਕਾਰਨ ਮੰਨੇ ਜਾ ਰਹੇ ਨੇ। ਵੱਧ ਰਹੇ ਇੰਟਰਸਟ ਰੇਟ ਇੱਕ ਵੱਡਾ ਕਾਰਨ ਹੈ ਕਿ ਲੋਕ ਹੁਣ ਘੱਟ ਘਰ ਖਰੀਦ ਰਹੇ ਨੇ। ਦ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਮਈ ਮਹੀਨੇ ਦੌਰਾਨ ਘਰਾਂ ਦੀ ਸੇਲ ਵਿੱਚ 22% ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਅਪ੍ਰੈਲ ਤੇ ਮਈ ਵਿਚਕਾਰ ਵੀ 9% ਦਾ ਅੰਤਰ ਦਰਜ ਕੀਤਾ ਜਾ ਰਿਹਾ ਹੈ, ਭਾਵ ਕਿ ਅਪ੍ਰੈਲ ਤੇ ਮਈ ਮਹੀਨੇ ਵਿਚਕਾਰ 9% ਘਰਾਂ ਦੀ ਸੇਲ ਘੱਟ ਹੋਈ ਹੈ। ਪਿਛਲੇ ਸਾਲ ਮਈ ਮਹੀਨੇ ਦੌਰਾਨ ਘਰਾਂ ਦੀ ਸੇਲ 68,598 ਹੋਈ, ਜਦਕਿ ਮੌਜੂਦਾ ਸਮੇਂ ਇਸ ਸਾਲ ਮਈ ਮਹੀਨੇ ਦੌਰਾਨ 53,720 ਘਰ ਹੀ ਵਿਕੇ ਨੇ। ਇਸ ਤੋਂ ਇਲਾਵਾ ਜੋ ਮਹੀਨੇ ਦਾ ਅੰਤਰ ਦੱਸਿਆ ਗਿਆ ਉਸ ਵਿੱਚ ਇਹ ਗੱਲ ਸਾਂਝੀ ਕੀਤੀ ਗਈ ਹੈ ਕਿ ਅਪ੍ਰੈਲ ਮਹੀਨੇ ਦੌਰਾਨ 46,644 ਘਰਾਂ ਦੀ ਸੇਲ ਹੋਈ, ਜਦਕਿ ਹੁਣ 42,649 ਘਰ ਹੀ ਵਿਕੇ ਨੇ। ਇੱਥੇ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਕਾਫੀ ਹੈਰਾਨ ਕਰਨ ਵਾਲੀ ਗੱਲ ਪਤਾ ਚੱਲੀ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਵੱਧ ਰਹੇ ਇੰਟਰਸਟ ਰੇਟ ਅਤੇ ਮਾਰਗੇਜ ਰੇਟਾਂ ਵਿੱਚ ਹੋਣ ਵਾਲੇ ਵਾਧੇ ਨੂੰ ਲੈ ਕੇ ਆਪਣਾ ਘਰ ਵੇਚਣਾ ਚਾਹੁੰਦੇ ਨੇ। ਹੁਣ ਜਿਹੜੀ ਰਿਪੋਰਟ ਕ੍ਰਿਆ ਵੱਲੋਂ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਵੱਲੋਂ ਇਹ ਵੀ ਗੱਲ ਸਾਂਝੀ ਕੀਤੀ ਗਈ ਕਿ 2022 ਤੱਕ ਐਵਰੇਜ ਹੋਮ ਪ੍ਰਾਈਸ 10.8% ਨਾਲ ਵੱਧ ਦਰਜ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 2023 ਵਿੱਚ ਇਸ ਅੰਦਰ 3.1% ਦਾ ਵਾਧਾ ਹੋਣ ਦੀ ਵੀ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ। 에ਅਰ ਕੈਨੇਡਾ ਦੇ ਦੋ ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਬਚ ਗਏ। ਜੀ ਹਾਂ, ਇੱਕ ਖਬਰ ਸਾਹਮਣੇ ਆਈ ਹੈ, ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਦੋਨੋਂ ਜਹਾਜ਼ ਰਨਵੇ ਦੇ ਉੱਪਰ ਸਨ। ਕੁਝ ਜੋ ਮਿਸਕਮਿਊਨੀਕੇਸ਼ਨ ਹੋਇਆ ਉਸ ਦੇ ਚੱਲਦਿਆਂ ਇਹ ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਬਾਲ-ਬਾਲ ਬਚ ਗਏ। ਉਡਾਨ ਭਰਨ ਵੇਲੇ 에ਅਰ ਕੈਨੇਡਾ ਦੇ ਦੋ ਜਹਾਜ਼ ਟਕਰਾਉਣ ਤੋਂ ਬਾਲ-ਬਾਲ ਬਚ ਗਏ। ਜੀ ਹਾਂ, ਇਨ੍ਹਾਂ ਜਹਾਜ਼ਾਂ ਵੱਲੋਂ ਟੋਰਾਂਟੋ 에ਅਰਪੋਰਟ ਤੋਂ ਉਡਾਨ ਭਰੀ ਗਈ ਸੀ ਜੋ ਕਿ ਆਪਸ ਵਿੱਚ ਟਕਰਾਉਣ ਤੋਂ ਬਚ ਗਏ।
ਸੇਫਟੀ ਬੋਰਡ ਵੱਲੋਂ ਹੁਣ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਅਜੇ ਪਹਿਲਾ ਜਹਾਜ਼ ਰਨਵੇ ਤੇ ਹੀ ਸੀ ਕਿ ਦੂਸਰੇ ਜਹਾਜ਼ ਨੇ ਉਡਾਨ ਭਰਨ ਵਾਸਤੇ ਰਫ਼ਤਾਰ ਫੜ ਲਈ। ਇਸ ਮਾਮਲੇ ਦੀ ਹੁਣ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਟਰਾਂਸਪੌਂਡਰ ਵੱਲੋਂ ਭੇਜੀ ਗਈ ਗਲਤ ਜਾਣਕਾਰੀ ਅਤੇ 에ਅਰ ਟ੍ਰੈਫਿਕ ਕੰਟਰੋਲਰ ਵੱਲੋਂ ਰੇਡੀਓ ਕਾਲ ਨਾ ਸੁਣਨ ਕਾਰਨ ਕੈਨੇਡਾ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਦੇ ਰਨਵੇ ਤੇ ਦੋ ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਬਾਲ-ਬਾਲ ਬਚ ਗਏ। ਦੱਸ ਦਈਏ ਕਿ 7 ਮਾਰਚ 2020 ਨੂੰ 에ਅਰ ਕੈਨੇਡਾ ਦੇ ਐਮਬ੍ਰੇਅਰ 190 ਜੈਟ ਨੇ ਟੋਰਾਂਟੋ ਪੀਅਰਸਨ 에ਅਰਪੋਰਟ ਤੋਂ ਉਡਾਨ ਭਰਨੀ ਸ਼ੁਰੂ ਕੀਤੀ ਸੀ, ਪਰ ਇੱਕ ਪੰਛੀ ਦੇ ਜਹਾਜ਼ ਨਾਲ ਟਕਰਾਉਣ ਕਰਕੇ ਜਹਾਜ਼ ਨੇ ਰੇਡੀਓ ਕਾਲ ਕੀਤੀ। ਇਸ ਦੌਰਾਨ ਉਹ ਟੇਕ ਆਫ ਨਹੀਂ ਕਰ ਰਿਹਾ, ਪਰ ਜਾਂਚ ਵਿੱਚ ਸਾਹਮਣੇ ਆਇਆ ਕਿ 에ਅਰ ਟ੍ਰੈਫਿਕ ਕੰਟਰੋਲਰ ਨੇ ਇਹ ਕਾਲ ਨਹੀਂ ਸੁਣੀ। 에ਅਰ ਕੈਨੇਡਾ ਦਾ ਦੂਸਰਾ ਜਹਾਜ਼ ਬੋਇੰਗ 777 ਉਸੇ ਰਨਵੇ ਤੇ ਉਡਾਨ ਭਰਨ ਦੀ ਉਡੀਕ ਕਰ ਰਿਹਾ ਸੀ। ਬੋਇੰਗ ਨੂੰ ਰਨਵੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਸਨੇ ਉਡਾਨ ਭਰਨ ਵਾਸਤੇ ਰਨਵੇ ਤੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਬੋਇੰਗ ਦੇ ਪਾਇਲਟ ਨੇ ਦੇਖਿਆ ਕਿ ਪਹਿਲਾਂ ਵਾਲਾ ਜਹਾਜ਼ ਅਜੇ ਵੀ ਰਨਵੇ ਉੱਪਰ ਹੀ ਸੀ। ਰਿਪੋਰਟ ਮੁਤਾਬਕ ਬੋਇੰਗ 777 ਉਦੋਂ ਤੱਕ 231 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਚੁੱਕਾ ਸੀ, ਪਰ ਦੂਸਰੇ ਜਹਾਜ਼ ਨੂੰ ਦੇਖਦਿਆਂ ਹੀ ਬੋਇੰਗ ਨੇ ਟੇਕ ਆਫ ਰੱਦ ਕਰਨ ਦਾ ਸੰਦੇਸ਼ ਭੇਜਿਆ। ਰਿਪੋਰਟ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਵੇਂ ਜਹਾਜ਼ਾਂ ਦਰਮਿਆਨ 5000 ਫੁੱਟ ਦੀ ਦੂਰੀ ਸੀ। ਇਸ ਤੋਂ ਇਲਾਵਾ ਪਤਾ ਚੱਲਿਆ ਹੈ ਕਿ ਐਮਬ੍ਰੇਅਰ 190 ਦੇ ਟਰਾਂਸਪੌਂਡਰ ਨੇ ਜਹਾਜ਼ ਦੇ ਹਵਾ ਵਿੱਚ ਹੋਣ ਦੇ ਗਲਤ ਸਿਗਨਲ ਭੇਜੇ ਸਨ, ਜਦਕਿ ਜਹਾਜ਼ ਉਸੇ ਸਮੇਂ ਧਰਤੀ ਦੇ ਉੱਪਰ ਹੀ ਸੀ। ਨੈਵ ਕੈਨੇਡਾ ਨੇ ਜ਼ਰੂਰੀ ਨੋਟਿਸ ਜਾਰੀ ਕਰਦਿਆਂ ਟੋਰਾਂਟੋ ਦੇ ਸਾਰੇ ਟਾਵਰ ਮੁਲਾਜ਼ਮਾਂ ਨੂੰ ਦੱਸਿਆ ਹੈ ਕਿ ਕਈ ਜਹਾਜ਼ਾਂ ਦੇ ਉਡਾਨ ਭਰਨ ਵੇਲੇ ਹੋ ਸਕਦਾ ਹੈ ਕਿ ਅਲਰਟ ਜਾਰੀ ਨਾ ਹੋਣ ਅਤੇ ਟ੍ਰੈਫਿਕ ਕੰਟਰੋਲਰ ਨੂੰ ਅਜਿਹੀ ਸਥਿਤੀਆਂ ਵਿੱਚ ਹੋਰ ਬਾਰੀਕੀ ਨਾਲ ਨਜ਼ਰ ਰੱਖਣ ਦੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ। ਕੈਨੇਡਾ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਜ਼ਿਆਦਾ ਖੁਸ਼ ਹਨ, ਇਸ ਦੇ ਬਾਰੇ ਇੱਕ ਰਿਪੋਰਟ ਸਾਹਮਣੇ ਆਈ। ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦਾ ਨਾਮ ਸਭ ਤੋਂ ਅੱਗੇ ਆਇਆ, ਜਿਸ ਵਿੱਚ ਜ਼ਿਆਦਾਤਰ ਲੋਕ ਇਸ ਸੂਬੇ ਵਿੱਚ ਰਹਿ ਕੇ ਖੁਸ਼ ਨੇ। ਕੈਨੇਡਾ ਵਿੱਚ ਸਭ ਤੋਂ ਖੁਸ਼ ਸੂਬਾ ਕਿਹੜਾ ਹੈ, ਇਸ ਬਾਰੇ ਹੁਣ ਜਾਣਕਾਰੀ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਅੰਦਰ 2022 ਦਾ ਸਭ ਤੋਂ ਹੈਪੀਐਸਟ ਪ੍ਰੋਵਿੰਸ ਕਿਹੜਾ ਹੈ। ਇਸ ਵਿੱਚ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦਾ ਨਾਮ ਸਭ ਤੋਂ ਪਹਿਲੇ ਨੰਬਰ ਉੱਪਰ ਦਰਜ ਕੀਤਾ ਗਿਆ। ਹੁਣ ਸਟੈਟਿਸਟਿਕਸ ਕੈਨੇਡਾ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ, ਉਸ ਵਿੱਚ ਕਾਫੀ ਗੱਲਾਂ ਦਾ ਖਿਆਲ ਰੱਖਿਆ ਗਿਆ। ਇਸ ਵਿੱਚ ਹੈਲਥ, ਵੈਲਬੀਇੰਗ ਅਤੇ ਕੋਵਿਡ-19 ਦਾ ਜਿਹੜਾ ਇੰਪੈਕਟ ਹੈ, ਇਹਨਾਂ ਤਮਾਮ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਜਾਣਕਾਰੀ ਦਿੱਤੀ ਗਈ ਹੈ। ਪਤਾ ਚੱਲਿਆ ਹੈ ਕਿ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਸੂਬੇ ਵਿੱਚ 1.7% ਲੋਕ ਇੱਥੇ ਆਪਣੀ ਜ਼ਿੰਦਗੀ ਨੂੰ ਲੈ ਕੇ ਸੰਤੁਸ਼ਟ ਨੇ। ਇਸ ਤੋਂ ਬਾਅਦ ਦੂਜਾ ਨੰਬਰ ਪ੍ਰਿੰਸ ਐਡਵਰਡ ਆਈਲੈਂਡ ਦਾ ਆਇਆ, ਜਿੱਥੇ 59.7% ਵੱਲੋਂ ਇਹ ਗੱਲ ਕਹੀ ਗਈ ਕਿ ਉਹ ਕਾਫੀ ਸੰਤੁਸ਼ਟ ਨੇ। ਕਿਊਬੈਕ ਦੇ ਵਿੱਚ 58.7%, ਨਿਊ ਬਰਨਜ਼ਵਿਕ ਵਿੱਚ 56.8%, ਮੈਨੀਟੋਬਾ ਵਿੱਚ 56.1%, ਅਲਬਰਟਾ 'ਚ 52.2%, ਸਸਕੈਚੁਅਨ ਵਿੱਚ 51.2% ਸੂਬੇ ਵਿੱਚ ਰਹਿ ਕੇ ਸੰਤੁਸ਼ਟ ਹਨ। ਨੋਵਾ ਸਕੋਸ਼ੀਆ ਵਾਸਤੇ ਇਹ ਅੰਕੜਾ 49.9%, ਓਨਟਾਰੀਓ ਵਾਸਤੇ 48.4% ਤੇ ਬ੍ਰਿਟਿਸ਼ ਕੋਲੰਬੀਆ ਵਾਸਤੇ 46.5% ਦੱਸਿਆ ਗਿਆ। 2021 ਦੇ ਦੂਸਰੇ ਕੁਆਰਟਰ ਵਿੱਚ 42% ਕੈਨੇਡੀਅਨਸ ਕਹਿੰਦੇ ਨੇ ਕਿ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਰਚ 2022 ਤੋਂ ਹੀ ਕੈਨੇਡਾ ਵਿੱਚ ਕਈ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਕਰੋਨਾ ਪਾਬੰਦੀਆਂ ਸੰਬੰਧੀ ਸੂਬਿਆਂ ਵੱਲੋਂ ਤੇ ਟੈਰੀਟਰੀਜ਼ ਵੱਲੋਂ ਰਾਹਤ ਦੇ ਦਿੱਤੀ ਗਈ ਹੈ, ਪਰ ਇੱਥੇ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੈਂਕ ਆਫ ਕੈਨੇਡਾ ਵੱਲੋਂ ਆਪਣੇ ਇੰਟਰਸਟ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ। ਇੱਕ ਹੋਰ ਸਰਵੇ ਸਟੈਟਿਸਟਿਕਸ ਕੈਨੇਡਾ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਪਤਾ ਚੱਲਿਆ ਹੈ ਕਿ ਲੋਕ ਕਿਵੇਂ ਘਰ ਖਰੀਦ ਰਹੇ ਨੇ, ਭਾਵ ਕਿ ਘਰਾਂ ਦਾ ਰੈਂਟ ਉਹ ਕਿਵੇਂ ਅਫੋਰਡ ਕਰ ਰਹੇ ਨੇ ਤੇ ਆਪਣੀਆਂ ਆਦਤਾਂ ਉੱਪਰ ਕਿੰਨਾ ਖਰਚ ਕੀਤਾ ਜਾ ਰਿਹਾ ਹੈ। 2022 ਦੇ ਪਹਿਲੇ 3 ਮਹੀਨਿਆਂ ਵਿੱਚ 52.6% ਵਿਅਕਤੀ ਇਹ ਕਹਿੰਦੇ ਨੇ ਕਿ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਹਨ। 2021 ਦੇ ਦੂਸਰੇ ਕੁਆਰਟਰ ਵਿੱਚ ਇਹ ਗਿਣਤੀ 44.5% ਦੱਸੀ ਗਈ ਸੀ। ਕਈ ਮਿਲੀਅਨ ਕੋਰੋਨਾ ਦੇ ਟੀਕੇ ਖਰਾਬ ਹੋ ਗਏ, ਜਿਸ ਬਾਰੇ ਜਾਣਕਾਰੀ ਸਾਹਮਣੇ ਆਈ। ਸਰਕਾਰ ਨੂੰ ਕਈ ਵੈਕਸੀਨ ਸੁੱਟਣੇ ਪਏ। ਪਹਿਲਾਂ ਇਹਨਾਂ ਵੈਕਸੀਨ ਦੀ ਡਿਮਾਂਡ ਕਾਫੀ ਜ਼ਿਆਦਾ ਸੀ ਤੇ ਸਪਲਾਈ ਘੱਟ ਸੀ, ਪਰ ਹੁਣ ਸਪਲਾਈ ਜ਼ਿਆਦਾ ਹੈ ਤੇ ਡਿਮਾਂਡ ਇਹਨਾਂ ਵੈਕਸੀਨ ਨੂੰ ਲੈ ਕੇ ਘੱਟ ਹੈ, ਕਿਉਂਕਿ ਜ਼ਿਆਦਾਤਰ ਲੋਕ ਕੋਵਿਡ-19 ਵੈਕਸੀਨ ਲਗਾ ਚੁੱਕੇ ਨੇ। ਕੋਵਿਡ-19 ਵੈਕਸੀਨ ਦੀਆਂ ਕਈ ਡੋਜ਼ਸ ਖਰਾਬ ਹੋ ਚੁੱਕੀਆਂ ਨੇ। ਤਾਜ਼ਾ ਜਾਣਕਾਰੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ 15 ਮਿਲੀਅਨ ਦੇ ਕਰੀਬ ਕੋਵਿਡ-19 ਦੇ ਟੀਕੇ ਐਕਸਪਾਇਰ ਹੋ ਚੁੱਕੇ ਨੇ। ਇਸ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦੇ ਵੀ ਕਈ ਡੋਜ਼ਸ ਸ਼ਾਮਿਲ ਹਨ, ਜਿਨ੍ਹਾਂ ਦੀ ਮਿਆਦ ਲੰਘਣ ਦੇ ਬਾਰੇ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਕਿ ਫੈਡਰਲ ਸਰਕਾਰ ਨੂੰ ਹੁਣ 15 ਮਿਲੀਅਨ ਦੇ ਕਰੀਬ ਜਿਹੜੇ ਖਰਾਬ ਹੋ ਚੁੱਕੇ ਕੋਵਿਡ-19 ਦੇ ਡੋਜ਼ਸ ਹਨ ਉਹਨਾਂ ਨੂੰ ਸੁੱਟਣਾ ਪੈ ਰਿਹਾ ਹੈ। ਇਸ ਵਿੱਚ 14 ਮਿਲੀਅਨ ਖੁਰਾਕਾਂ ਐਸਟ੍ਰਾਜੈਨੇਕਾ ਟੀਕੇ ਦੀਆਂ ਨੇ, ਜਿਨ੍ਹਾਂ ਨੂੰ ਪਿਛਲੇ ਸਾਲ ਕੋਵੈਕਸ ਵੈਕਸੀਨ ਸ਼ੇਅਰਿੰਗ ਅਲਾਇੰਸ ਦੇ ਜ਼ਰੀਏ ਦਾਨ ਕੀਤਾ ਗਿਆ ਸੀ। ਦੱਸ ਦਈਏ ਕਿ ਹਾਊਸ ਆਫ ਕਾਮਨਸ ਵਿੱਚ ਪਿਛਲੇ ਹਫ਼ਤੇ ਇੱਕ ਡਾਕੂਮੈਂਟ ਟੇਬਲ ਕੀਤਾ ਗਿਆ ਜਿਸ ਵਿੱਚ ਇਹਨਾਂ ਡੋਜ਼ਸ ਦਾ ਜ਼ਿਕਰ ਕੀਤਾ ਗਿਆ। ਇਸ ਡਾਕੂਮੈਂਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ 1.2 ਮਿਲੀਅਨ ਮੋਡਰਨਾ ਡੋਜ਼ਸ ਡਿਸਪੋਜ਼ ਕਰ ਦਿੱਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਜੁਲਾਈ 2021 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਕੋਵੈਕਸ ਪ੍ਰੋਗਰਾਮ ਜ਼ਰੀਏ 17.7 ਮਿਲੀਅਨ ਡੋਜ਼ਸ ਐਸਟ੍ਰਾਜੈਨੇਕਾ ਦੀਆਂ ਦਾਨ ਕੀਤੀਆਂ ਜਾਣਗੀਆਂ, ਜਿਹੜੀਆਂ ਉਹਨਾਂ ਦੇਸ਼ਾਂ ਨੂੰ ਮਿਲਣਗੀਆਂ ਜਿੱਥੇ ਵੈਕਸੀਨ ਲਗਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ। ਕਿਉਂਕਿ ਕੈਨੇਡਾ ਦੇ ਵਿੱਚ ਵੀ ਹੁਣ ਕਾਫੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਲਗਾਈ ਜਾ ਚੁੱਕੀ ਹੈ ਤੇ ਇਸ ਕਾਰਨ ਵੈਕਸੀਨ ਦੀ ਸਪਲਾਈ ਅਤੇ ਡਿਮਾਂਡ ਦੇ ਵਿੱਚ ਇਸ ਸਮੇਂ ਅੰਤਰ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ। ਖਾਦ ਵਿੱਚ ਜੋ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਕਾਰਨ ਇਹ ਕਿਸਾਨ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਖਾਦ ਦੇ ਵਿੱਚ ਜੋ ਵਾਧਾ ਹੋ ਰਿਹਾ ਉਸ ਦੇ ਦੋ ਕਾਰਨ ਨੇ। ਇੱਕ ਤਾਂ ਕਰੋਨਾ ਵਾਇਰਸ ਦਾ ਅਸਰ ਪਿਆ ਤੇ ਦੂਸਰਾ ਹੈ ਕਿ ਜੋ ਇਸ ਸਮੇਂ ਯੂਕਰੇਨ ਤੇ ਰਸ਼ੀਆ ਵਿਚਕਾਰ ਜੰਗ ਲੱਗੀ ਹੋਈ ਹੈ। ਕੈਨੇਡਾ ਦੇ ਕਈ ਕਿਸਾਨ ਹੁਣ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਇਸ ਦਾ ਕਾਰਨ ਹੈ ਜੋ ਖਾਦ ਦੇ ਭਾਅ ਲਗਾਤਾਰ ਵਧ ਰਹੇ ਹਨ। ਦਰਅਸਲ ਕੋਵਿਡ ਅਤੇ ਯੂਕਰੇਨ ਰੂਸ ਵਿੱਚ ਜਿਹੜੀ ਜੰਗ ਲੱਗੀ ਹੋਈ ਹੈ ਉਸ ਕਾਰਨ ਖਾਦ ਦੀਆਂ ਕੀਮਤਾਂ ਵਧ ਰਹੀਆਂ ਨੇ ਤੇ ਹੁਣ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਹੁਣ ਕੈਨੇਡਾ ਵਿੱਚ ਜਿਹੜੇ ਕਿਸਾਨਾਂ ਨੂੰ ਮਹਿੰਗੇ ਭਾਅ ਦੀ ਖਾਦ ਖਰੀਦਣੀ ਪੈ ਰਹੀ ਹੈ ਉਹ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਖਾਦ ਦੇ ਭਾਅ ਵਿੱਚ 2 ਤੋਂ 3 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਤੇ ਵਧੇਰੇ ਆਰਥਿਕ ਬੋਝ ਪੈ ਰਿਹਾ ਹੈ। ਕਿਸਾਨਾਂ ਵੱਲੋਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੇ ਅੰਕੜੇ ਸਾਹਮਣੇ ਆਏ ਨੇ ਉਸ ਮੁਤਾਬਕ ਕੈਨੇਡਾ 6.5 ਲੱਖ ਟਨ ਤੋਂ ਵਧੇਰੇ ਨਾਈਟ੍ਰੋਜਨ, 8 ਲੱਖ ਮੈਟ੍ਰਿਕ ਟਨ ਪੋਟਾਸ਼ ਖਾਦ ਅਤੇ ਲਗਭਗ 10 ਲੱਖ ਟਨ ਫਾਸਫੇਟ ਖਾਦ ਦਰਾਮਦ ਕਰਦਾ ਹੈ। ਹੁਣ ਐਕਸਪਰਟਸ ਪਰੇਸ਼ਾਨੀ ਦਾ ਕਾਰਨ ਦੱਸ ਰਹੇ ਨੇ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਖਾਦਾਂ ਦੇ ਭਾਅ ਦੇ ਵਿੱਚ ਆਖਿਰਕਾਰ ਵਾਧਾ ਕਿਉਂ ਹੋ ਰਿਹਾ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਅਤੇ ਉਸ ਤੋਂ ਬਾਅਦ ਯੂਕਰੇਨ ਅਤੇ ਰਸ਼ੀਆ ਵਿਚਕਾਰ ਜਿਹੜੀ ਜੰਗ ਲੱਗੀ ਹੋਈ ਹੈ ਉਸ ਕਾਰਨ ਖਾਦ ਦੀਆਂ ਕੀਮਤਾਂ ਵਧ ਰਹੀਆਂ ਨੇ। ਜਾਣਕਾਰੀ ਮੁਤਾਬਕ ਕੋਵਿਡ-19 ਦੇ ਚੱਲਦਿਆਂ ਕੰਟੇਨਰਸ ਦੇ ਰੇਟ ਵਿੱਚ ਵਾਧਾ ਹੋਇਆ। ਬ੍ਰਿਟਿਸ਼ ਕੋਲੰਬੀਆ ਵਿੱਚ ਐਗਰੋਟੈਕ ਨਾਮੀ ਖਾਦ ਕੰਪਨੀ ਦੇ CEO ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਕੋਵਿਡ-19 ਤੋਂ ਬਾਅਦ ਖਾਦਾਂ ਦੇ ਭਾਅ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਜਿਸ ਦੀ ਮਾਰ ਕਿਸਾਨਾਂ ਤੇ ਪੈ ਰਹੀ ਹੈ। ਇਸ ਤੋਂ ਇਲਾਵਾ ਰੂਸ ਅਤੇ ਯੂਕਰੇਨ ਵਿਚਕਾਰ ਜਿਹੜੀ ਜੰਗ ਲੱਗੀ ਹੋਈ ਹੈ ਉਸ ਕਾਰਨ ਵੀ ਖਾਦ ਦੇ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਨਾਲ ਕੈਨੇਡਾ ਵਿੱਚ ਖਾਦਾਂ ਦਾ ਭਾਅ ਵਧ ਗਿਆ ਹੈ। ਰੂਸ ਨਾਈਟ੍ਰੋਜਨ ਅਤੇ ਪੋਟਾਸ਼ ਦੋਵਾਂ ਖਾਦਾਂ ਦਾ ਇੱਕ ਵੱਡਾ ਸਪਲਾਇਰ ਹੈ। ਜਿਵੇਂ ਹੁਣ ਰੂਸ ਵੱਲੋਂ ਸਖਤੀ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਕੈਨੇਡਾ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਕੈਨੇਡਾ ਦੀ ਸਸਕੈਚੁਆਨ, ਐਲਬਰਟਾ ਤੇ ਮੈਨੀਟੋਬਾ ਪ੍ਰੋਵਿੰਸ ਵਿੱਚ ਕਣਕ, ਦਾਲਾਂ, ਕਿਲੋਨਾ ਅਤੇ ਸਰੋਂ ਦੀਆਂ ਫਸਲਾਂ ਦੀ ਖੇਤੀ ਹੁੰਦੀ ਹੈ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਬਲੂਬੇਰੀ, ਸੇਬ ਅਤੇ ਅੰਗੂਰਾਂ ਦੀ ਖੇਤੀ ਹੁੰਦੀ ਹੈ। ਆંકੜਿਆਂ ਮੁਤਾਬਕ ਪੂਰੇ ਕੈਨੇਡਾ ਵਿੱਚ ਕਰੀਬ 6 ਕਰੋੜ 21 ਲੱਖ ਹੈਕਟੇਅਰ ਰਕਬੇ ਵਿੱਚ ਖੇਤੀ ਹੋ ਰਹੀ ਹੈ, ਪਰ ਖਾਦ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਕਾਫੀ ਪਰੇਸ਼ਾਨ ਨੇ। ਯੂਕੇ ਸਰਕਾਰ ਵੱਲੋਂ ਕਈ ਮਾਈਗ੍ਰੈਂਟਸ ਰਵਾਂਡਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲੀ ਉਡਾਨ ਤਾਂ ਕੁਝ ਕਾਰਨਾਂ ਕਾਰਨ ਰੱਦ ਹੋ ਗਈ, ਪਰ ਅਗਲੀਆਂ ਉਡਾਨਾਂ ਭੇਜਣ ਸੰਬੰਧੀ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਯੂਕੇ ਸਰਕਾਰ ਵੱਲੋਂ ਰਵਾਂਡਾ ਦੇ ਨਾਲ ਇੱਕ ਡੀਲ ਕੀਤੀ ਗਈ ਜਿਸ ਮੁਤਾਬਕ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਮਾਈਗ੍ਰੈਂਟਸ ਯੂਕੇ ਵਿੱਚ ਆਉਣਗੇ ਉਹਨਾਂ ਨੂੰ ਰਵਾਂਡਾ ਭੇਜਿਆ ਜਾਵੇਗਾ। ਯੂਕੇ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਹੋਰ ਵੀ ਕਈ ਉਡਾਨਾਂ ਮਾਈਗ੍ਰੈਂਟਸ ਨੂੰ ਲੈ ਕੇ ਰਵਾਂਡਾ ਰਵਾਨਾ ਕੀਤੀਆਂ ਜਾਣ। ਜੀ ਹਾਂ, ਯੂਕੇ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਇਲੀਗਲ ਇਮੀਗ੍ਰੈਂਟ ਯੂਕੇ ਵਿੱਚ ਆਉਣਗੇ ਉਹਨਾਂ ਨੂੰ ਰਵਾਂਡਾ ਭੇਜਿਆ ਜਾਵੇਗਾ, ਜਿਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਹੋਰ ਵੀ ਉਡਾਨਾਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਅਸਾਈਲਮ ਸੀਕਰਸ ਨੂੰ ਰਵਾਂਡਾ ਡਿਪੋਰਟ ਕੀਤਾ ਜਾਵੇ। ਇਸ ਤੋਂ ਪਹਿਲਾਂ ਇਹ ਵੀ ਅਪਡੇਟ ਸਾਹਮਣੇ ਆਈ ਸੀ ਕਿ ਪਹਿਲੀ ਉਡਾਨ ਕੁਝ ਕਾਰਨਾਂ ਕਾਰਨ ਰੱਦ ਹੋ ਗਈ ਜਿਸ ਵਿੱਚ ਕੁਝ ਮਾਈਗ੍ਰੈਂਟਸ ਨੂੰ ਬਿਠਾ ਕੇ ਰਵਾਂਡਾ ਭੇਜਿਆ ਜਾ ਰਿਹਾ ਸੀ। ਇਸ ਬਾਰੇ ਹੋਮ ਸੈਕਟਰੀ ਪ੍ਰੀਤੀ ਪਾਟਿਲ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਅਗਲੀ ਫਲਾਈਟ ਨੂੰ ਭੇਜਣ ਸੰਬੰਧੀ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਅਪ੍ਰੈਲ ਮਹੀਨੇ ਦੌਰਾਨ ਬ੍ਰਿਟੇਨ ਅਤੇ ਰਵਾਂਡਾ ਵੱਲੋਂ ਆਪਸ ਵਿੱਚ ਇੱਕ ਡੀਲ ਸਾਈਨ ਕੀਤੀ ਗਈ ਜਿਸ ਵਿੱਚ ਯੂਕੇ ਸਰਕਾਰ ਨੇ ਕਿਹਾ ਕਿ ਉਹਨਾਂ ਵੱਲੋਂ ਮਾਈਗ੍ਰੈਂਟਸ ਜਿਹੜੇ ਕਿ ਗੈਰ ਕਾਨੂੰਨੀ ਢੰਗ ਨਾਲ ਯੂਕੇ ਵਿੱਚ ਆਉਣਗੇ ਉਹਨਾਂ ਨੂੰ ਰਵਾਂਡਾ ਭੇਜਿਆ ਜਾਵੇਗਾ। ਇਹ ਉਹ ਅਸਾਈਲਮ ਸੀਕਰਸ ਨੇ ਜਿਹੜੇ ਛੋਟੀਆਂ ਕਸ਼ਤੀਆਂ ਦੇ ਰਾਹੀਂ ਯੂਕੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਨੇ। ਜਦੋਂ ਇਹਨਾਂ ਮਾਈਗ੍ਰੈਂਟਸ ਨੂੰ ਰਵਾਂਡਾ ਭੇਜ ਦਿੱਤਾ ਜਾਵੇਗਾ ਤਾਂ ਇੱਥੇ ਉਹਨਾਂ ਦੇ ਅਸਾਈਲਮ ਕਲੇਮ ਸੰਬੰਧੀ ਪ੍ਰੋਸੀਡਿੰਗ ਹੋਵੇਗੀ ਤੇ ਜੇਕਰ ਇਹ ਪ੍ਰੋਸੀਡਿੰਗ ਠੀਕ ਰਹੀ ਤਾਂ ਫਿਰ ਉਹ ਅਫਰੀਕਨ ਦੇਸ਼ਾਂ ਵਿੱਚ ਹੀ ਸਟੇ ਕਰਨਗੇ।
ਉਹਨਾਂ ਨੂੰ ਵਾਪਸ ਬ੍ਰਿਟੇਨ ਨਹੀਂ ਬੁਲਾਇਆ ਜਾਵੇਗਾ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਬ੍ਰਿਟੇਨ ਸਰਕਾਰ ਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈਆਂ ਵੱਲੋਂ ਇਸ ਫੈਸਲੇ ਨੂੰ ਗਲਤ ਦੱਸਿਆ ਜਾ ਰਿਹਾ ਹੈ, ਪਰ ਫਿਰ ਵੀ ਬ੍ਰਿਟੇਨ ਸਰਕਾਰ ਆਪਣੇ ਫੈਸਲੇ ਦੇ ਉੱਪਰ ਕਾਇਮ ਹੈ। ਇਹ ਜੋ ਡੀਲ ਬ੍ਰਿਟੇਨ ਸਰਕਾਰ ਵੱਲੋਂ ਰਵਾਂਡਾ ਨਾਲ ਕੀਤੀ ਗਈ, ਇਸ ਵਿੱਚ ਉਹਨਾਂ ਵੱਲੋਂ ਰਵਾਂਡਾ ਨੂੰ 120 ਮਿਲੀਅਨ ਪਾਉਂਡ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਿਰਫ ਉਹਨਾਂ ਰਿਫਿਊਜੀਆਂ ਦਾ ਸਵਾਗਤ ਕੀਤਾ ਜਾਵੇਗਾ ਜਿਹੜੇ ਇਮੀਗ੍ਰੇਸ਼ਨ ਰੂਟਸ ਦੇ ਜ਼ਰੀਏ ਇਸ ਦੇਸ਼ ਵਿੱਚ ਦਾਖਲ ਹੋਣਗੇ। ਦੱਸਣਯੋਗ ਹੈ ਕਿ ਪਿਛਲੇ ਸਾਲ ਬ੍ਰਿਟੇਨ ਵਿੱਚ 28,000 ਦੇ ਕਰੀਬ ਮਾਈਗ੍ਰੈਂਟਸ ਦਾਖਲ ਹੋਏ ਨੇ, ਜੋ ਕਿ ਪਹਿਲਾਂ ਦੇ ਮੁਕਾਬਲੇ ਵੱਧ ਗਿਣਤੀ ਦੱਸੀ ਜਾ ਰਹੀ ਹੈ। 2020 ਵਿੱਚ ਇਹ ਅੰਕੜਾ 8,500 ਦਾ ਸਾਂਝਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਜਦੋਂ ਗੈਰ ਕਾਨੂੰਨੀ ਢੰਗ ਨਾਲ ਕਈ ਮਾਈਗ੍ਰੈਂਟਸ ਯੂਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਈ ਵਾਰ ਇੱਥੇ ਹਾਦਸਾ ਵੀ ਵਾਪਰ ਜਾਂਦਾ ਹੈ। ਨਵੰਬਰ ਮਹੀਨੇ ਦੌਰਾਨ ਜਿਹੜੀ ਕਸ਼ਤੀ ਹਾਦਸੇ ਦਾ ਸ਼ਿਕਾਰ ਹੋਈ ਸੀ, ਇਸ ਵਿੱਚ ਕਈਆਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਸੀ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਤਾਂ ਇਸ ਗੱਲ ਨੂੰ ਲੈ ਕੇ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਇੱਥੇ ਕਈ ਜਾਨ ਗਵਾ ਰਹੇ ਹਨ, ਉਹਨਾਂ ਦੀ ਜਾਨ ਬਚਾਉਣ ਦੇ ਵਾਸਤੇ ਹੀ ਉਹਨਾਂ ਦੀ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਮਾਈਗ੍ਰੈਂਟਸ ਨੂੰ ਬ੍ਰਿਟੇਨ ਤੋਂ ਰਵਾਂਡਾ ਵਿੱਚ ਭੇਜਿਆ ਜਾਵੇਗਾ। 177 ਰਿਫਿਊਜੀਆਂ ਦਾ ਕੈਨੇਡਾ ਪਹੁੰਚਣ ਤੇ ਸਵਾਗਤ ਕੀਤਾ ਗਿਆ। ਦਰਅਸਲ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦੀ ਚਾਰਟਰਡ ਫਲਾਈਟ ਪਹੁੰਚੀ ਹੈ। ਇਹ ਦੂਸਰੀ ਫਲਾਈਟ ਸੀ ਜਿਸ ਵਿੱਚ 177 ਰਿਫਿਊਜੀ ਆਏ। ਯੂਕਰੇਨ ਦੇ ਰਿਫਿਊਜੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ। ਇੱਕ ਹੋਰ ਉਡਾਨ ਕੈਨੇਡਾ ਵਿੱਚ ਪਹੁੰਚੀ ਹੈ। ਇਹ ਜਿਹੜੀ ਚਾਰਟਰਡ ਫਲਾਈਟ ਆਈ ਹੈ, ਇਸ ਵਿੱਚ 177 ਯੂਕਰੇਨੀਅਨ ਰਿਫਿਊਜੀ ਸਵਾਰ ਸਨ। ਦੱਸ ਦਈਏ ਕਿ ਉਡਾਨ ਨਿਊ ਫਾਊਂਡਲੈਂਡ ਵਿੱਚ ਲੈਂਡ ਹੋਈ ਹੈ। ਜਿਹੜੇ ਰਿਫਿਊਜੀ ਇੱਥੇ ਪਹੁੰਚੇ ਹਨ, ਉਹਨਾਂ ਦਾ ਸਵਾਗਤ ਖੁਦ ਇਮੀਗ੍ਰੇਸ਼ਨ ਮੰਤਰੀ ਗੈਰੀ ਵੱਲੋਂ ਕੀਤਾ ਗਿਆ। ਉਹ 에ਅਰਪੋਰਟ ਦੇ ਉੱਪਰ ਰਿਫਿਊਜੀਆਂ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਹੋਏ ਸਨ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ ਵੱਲੋਂ 400 ਤੋਂ ਵੱਧ ਰਿਫਿਊਜੀਆਂ ਦਾ ਸਵਾਗਤ ਕੀਤਾ ਜਾ ਚੁੱਕਿਆ ਹੈ। 24 ਫਰਵਰੀ ਤੋਂ ਲੈ ਕੇ ਹੁਣ ਤੱਕ ਇਸ ਪ੍ਰੋਵਿੰਸ ਵਿੱਚ 478 ਰਿਫਿਊਜੀ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਯੂਕਰੇਨ ਦੇ ਰਿਫਿਊਜੀਆਂ ਨੂੰ ਲੈ ਕੇ ਉਡਾਨ ਕੈਨੇਡਾ ਦੇ ਵਿੱਚ ਆ ਚੁੱਕੀ ਹੈ ਤੇ ਇਹ ਦੂਸਰੀ ਫਲਾਈਟ ਸੀ ਜਿਹੜੀ ਨਿਊ ਫਾਊਂਡਲੈਂਡ ਵਿੱਚ ਲੈਂਡ ਹੋਈ ਹੈ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੌਰਾਨ ਜੋ ਰੂਸ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਯੂਕਰੇਨ ਛੱਡ ਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਪਹੁੰਚ ਗਏ। ਜ਼ਿਆਦਾਤਰ ਲੋਕ ਪੋਲੈਂਡ ਦੇ ਵਿੱਚ ਸ਼ਰਨ ਲੈਣ ਵਾਸਤੇ ਪਹੁੰਚੇ। ਇਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਵੀ ਕਈ ਰਿਫਿਊਜੀਆਂ ਦਾ ਸਵਾਗਤ ਕੀਤਾ ਜਾਵੇਗਾ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਗਈ। ਸੂਬਿਆਂ ਵੱਲੋਂ ਵੀ ਦੱਸਿਆ ਗਿਆ ਕਿ ਜਿਹੜੇ ਰਿਫਿਊਜੀ ਆਉਣਗੇ ਉਹਨਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇਗੀ ਤੇ ਕਿਵੇਂ ਉਹ ਨੌਕਰੀਆਂ ਕਰ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕਰਦਿਆਂ ਦੱਸਿਆ ਗਿਆ ਸੀ ਕਿ ਉਹਨਾਂ ਵੱਲੋਂ ਯੂਕਰੇਨ ਰਿਫਿਊਜੀਆਂ ਵਾਸਤੇ ਸਪੈਸ਼ਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਯੂਕਰੇਨ ਤੋਂ ਆਉਣ ਵਾਲੇ ਲੋਕ ਕੈਨੇਡਾ ਵਿੱਚ 3 ਸਾਲ ਤੱਕ ਰਹਿ ਸਕਣਗੇ। ਇਸੇ ਕੜੀ ਤਹਿਤ ਹੁਣ ਵੱਖ-ਵੱਖ ਉਡਾਨਾਂ ਦੇ ਰਾਹੀਂ ਰਿਫਿਊਜੀ ਕੈਨੇਡਾ ਵਿੱਚ ਪਹੁੰਚ ਰਹੇ ਨੇ, ਜਿਨ੍ਹਾਂ ਦਾ ਇੱਥੇ ਪਹੁੰਚਣ ਦੇ ਉੱਪਰ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਮੋਡਰਨਾ ਟੀਕੇ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿਸ ਬਾਰੇ ਸੀਡੀਸੀ ਵੱਲੋਂ ਦੱਸਿਆ ਗਿਆ। ਸੀਡੀਸੀ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਸਮੱਸਿਆ ਜੁੜੀ ਹੋਈ ਹੈ, ਜਿਸ ਬਾਰੇ ਉਹਨਾਂ ਨੇ ਜ਼ਿਕਰ ਕੀਤਾ। ਮੋਡਰਨਾ ਕੋਵਿਡ-19 ਵੈਕਸੀਨ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। US ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਕਹਿਣਾ ਹੈ ਕਿ ਮੋਡਰਨਾ ਕੋਵਿਡ-19 ਵੈਕਸੀਨ ਕਾਰਨ ਕੁਝ ਖਾਸ ਉਮਰ ਵਰਗ ਨੂੰ ਹਾਰਟ ਇਨਫਲੇਮੇਸ਼ਨ ਦਾ ਖਤਰਾ ਹੈ। ਉਹਨਾਂ ਕਿਹਾ ਕਿ ਫਾਈਜ਼ਰ ਸ਼ਾਟ ਦੇ ਮੁਕਾਬਲੇ ਮੋਡਰਨਾ ਕਾਰਨ ਇਹ ਡਰ ਜ਼ਿਆਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਐਡਵਾਈਜ਼ਰਸ ਵੱਲੋਂ ਇਸ ਵੈਕਸੀਨ ਦੇ ਨਾਲ ਜੁੜੀ ਹੋਈ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ CDC ਨੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜਿਹੜੀ ਮੀਟਿੰਗ ਹੋਈ ਹੈ, ਉਸ ਦੇ ਵਿੱਚ ਮੋਡਰਨਾ ਵੈਕਸੀਨ 6 ਸਾਲ ਤੋਂ 17 ਸਾਲ ਵਾਲੇ ਬੱਚਿਆਂ ਦੇ ਉੱਪਰ ਕੀ ਪ੍ਰਭਾਵ ਪਾ ਰਹੀ ਹੈ, ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ 18 ਤੋਂ 39 ਸਾਲ ਵਾਲੇ ਮੇਲਸ ਹਨ, ਉਹਨਾਂ ਵਿੱਚ 97.3 ਕੇਸਿਸ ਅਜਿਹੇ ਹਨ ਜਿਸ ਵਿੱਚ ਹਾਰਟ ਇਨਫਲੇਮੇਸ਼ਨ ਦਾ ਖਤਰਾ ਦੱਸਿਆ ਜਾ ਰਿਹਾ ਹੈ, ਜਦਕਿ ਫਾਈਜ਼ਰ ਵਾਸਤੇ ਇਹ ਅੰਕੜਾ 81.7 ਕੇਸਿਸ ਦੇ ਵਿੱਚ ਹੀ ਸਾਂਝਾ ਕੀਤਾ ਗਿਆ। ਹੁਣ ਇਸ ਸਭ ਤੋਂ ਬਾਅਦ ਹੀ CDC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਮੋਡਰਨਾ ਬਾਰੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ, ਨੋਵਾ ਸਕੋਸ਼ੀਆ ਨੇ ਹੁਣ ਕੀਤੀ ਸਖਤੀ। ਜਗਮੀਤ ਸਿੰਘ ਨੇ ਚੁੱਕੀ ਆਵਾਜ਼, ਡੈਂਟਲ ਕੇਅਰ ਪ੍ਰੋਗਰਾਮ ਦੀ ਕੀਤੀ ਗੱਲ। ਅਰਾਈਵ ਕੈਨ ਬੰਦ ਕਰਨ ਦੀ ਮੰਗ, ਸਰਕਾਰ ਵੱਲੋਂ ਅਜੇ ਨਹੀਂ ਹੋਇਆ ਐਲਾਨ। ਕਿਉਂ ਨਹੀਂ ਖਰੀਦ ਰਹੇ ਲੋਕ ਘਰ, ਘਰਾਂ ਦੀ ਸੇਲ ਵਿੱਚ ਗਿਰਾਵਟ। ਏਅਰ ਕੈਨੇਡਾ ਦੇ 2 ਜਹਾਜ਼ ਟਕਰਾਉਣ ਤੋਂ ਬਾਲ ਬਚੇ, ਟੋਰਾਂਟੋ 에ਅਰਪੋਰਟ ਤੋਂ ਉਡਾਨ ਭਰਨ ਵੇਲੇ ਦੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।